ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਲੈ ਕੇ ਆਇਆ ਹਾਂ ਲੇਖਕ ਲਿਓ ਸਟੋਏ ਦੀ ਇੱਕ ਪ੍ਰਸਿੱਧ ਕਹਾਣੀ। ਇਹ ਕਹਾਣੀ ਬਹੁਤ ਜ਼ਿਆਦਾ ਇੰਟਰਸਟਿੰਗ ਹੈ, ਇਸ ਲਈ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਸੋ ਸ਼ੁਰੂ ਕਰਦੇ ਹਾਂ। ਕਹਿੰਦੇ ਨੇ ਪੁਰਾਣੇ ਰੂਸ ਵਿੱਚ 3 ਫਕੀਰ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋ ਗਏ। ਉਹ ਤਿੰਨੇ ਇੰਨੇ ਜ਼ਿਆਦਾ ਪ੍ਰਸਿੱਧ ਹੋ ਗਏ ਕਿ ਉੱਥੋਂ ਦਾ ਸਭ ਤੋਂ ਵੱਡਾ ਪਾਦਰੀ ਉਹਨਾਂ ਤੋਂ ਬਹੁਤ ਜ਼ਿਆਦਾ ਈਰਖਾ ਕਰਨ ਲੱਗਾ, ਕਿਉਂਕਿ ਹੌਲੀ ਹੌਲੀ ਲੋਕਾਂ ਨੇ ਚਰਚ ਵਿੱਚ ਆਉਣਾ ਬੰਦ ਹੀ ਕਰ ਦਿੱਤਾ ਸੀ। ਚਰਚ ਵਿੱਚੋਂ ਜਿਵੇਂ ਲੋਕਾਂ ਦੀ ਭੀੜ ਗਾਇਬ ਜਿਹੀ ਹੋ ਗਈ ਸੀ। ਹੁਣ ਸਾਰੇ ਲੋਕ ਉਹਨਾਂ 3 ਫਕੀਰਾਂ ਦੇ ਕੋਲ ਜਾਣ ਲੱਗੇ ਸੀ ਤੇ ਉੱਥੋਂ ਦਾ ਪ੍ਰਧਾਨ ਪਾਦਰੀ ਸੋਚਦਾ ਕਿ ਤਿੰਨੋਂ ਕੌਣ ਹਨ, ਕਿੱਥੋਂ ਆਏ ਹਨ ਤੇ ਮੇਰੇ ਰਹਿੰਦੇ ਹੋਏ ਸੰਤ ਕਿਵੇਂ ਬਣ ਗਏ। ਦੋਸਤੋ, ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਈਸਾਈਅਤ ਵਿੱਚ ਇੱਕ ਪ੍ਰਥਾ ਹੈ ਕਿ ਜਦੋਂ ਤੱਕ ਚਰਚ ਕਿਸੇ ਇਨਸਾਨ ਨੂੰ ਮਾਨਤਾ ਨਾ ਦੇ ਦੇਵੇ ਉਦੋਂ ਤੱਕ ਉਹ ਸੰਤ ਨਹੀਂ ਬਣ ਸਕਦਾ। ਪਾਦਰੀ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਾ, ਕਿਉਂਕਿ ਲੋਕਾਂ ਵਿੱਚ ਚਰਚ ਦੀ ਪ੍ਰਿਯਤਾ ਦਿਨੋਂ ਦਿਨ ਘਟਦੀ ਹੀ ਜਾ ਰਹੀ ਸੀ ਤੇ ਇੱਕ ਦਿਨ ਤਾਂ ਹੱਦ ਹੀ ਹੋ ਗਈ। ਪਾਦਰੀ ਪੂਰਾ ਦਿਨ ਚਰਚ ਵਿੱਚ ਬੈਠਾ ਰਿਹਾ ਤੇ ਕੋਈ ਵੀ ਵਿਅਕਤੀ ਦਿਨ ਭਰ ਵਿੱਚ ਚਰਚ ਦੇ ਵਿੱਚ ਨਹੀਂ ਆਇਆ ਤੇ ਪਾਦਰੀ ਦੇ ਕ੍ਰੋਧ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸਨੇ ਨਿਸ਼ਚਾ ਕੀਤਾ ਕਿ ਅੱਜ ਤਾਂ ਉਹਨਾਂ 3 ਫਕੀਰਾਂ ਦੀ ਖੈਰ ਨਹੀਂ, ਅੱਜ ਤਾਂ ਮੈਂ ਉਹਨਾਂ ਨੂੰ ਸਬਕ ਸਿਖਾ ਕੇ ਹੀ ਆਵਾਂਗਾ। ਉਹ ਆਪਣੀ ਪੂਰੀ ਭੇਸ਼-ਭੂਸ਼ਾ ਵਿੱਚ ਤਿਆਰ ਹੋਇਆ। ਉਸਨੇ ਸੋਨੇ ਦਾ ਤਾਜ ਪਹਿਨਿਆ, ਪ੍ਰਧਾਨ ਪਾਦਰੀ ਵਾਲਾ ਸੋਨੇ ਦਾ ਡੰਡਾ ਹੱਥ ਵਿੱਚ ਫੜਿਆ ਤੇ ਉਹਨਾਂ ਤਿੰਨਾਂ ਨੂੰ ਮਿਲਣ ਦੇ ਲਈ ਚੱਲ ਪਿਆ। ਉਹ ਤਿੰਨੋਂ ਇੱਕ ਵੱਡੀ ਸਾਰੀ ਝੀਲ ਦੇ ਉਸ ਪਾਰ ਰਹਿੰਦੇ ਸੀ। ਪਾਦਰੀ ਇੱਕ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਉਸ ਪਾਰ ਪਹੁੰਚਿਆ। ਥੋੜਾ ਅੱਗੇ ਚੱਲਣ ਤੇ ਉਸਨੂੰ ਇੱਕ ਵੱਡੇ ਦਰਖਤ ਦੇ ਹੇਠਾਂ 3 ਸਿੱਧੇ ਸਾਦੇ ਇਨਸਾਨ ਬੈਠੇ ਦਿਖਾਈ ਦਿੱਤੇ। ਉਹ ਤਿੰਨੇ ਚੌਂਕੜੀ ਮਾਰ ਕੇ ਚੁੱਪਚਾਪ ਇੱਕ ਦਰਖਤ ਦੇ ਹੇਠਾਂ ਬੈਠੇ ਹੋਏ ਸੀ। ਪਾਦਰੀ ਨੇ ਉਹਨਾਂ ਦੇ ਕੋਲ ਜਾ ਕੇ ਕਿਹਾ ਕਿ ਤੁਸੀਂ ਹੀ ਉਹ 3 ਪ੍ਰਸਿੱਧ ਸੰਤ ਹੋ ਜਿਨ੍ਹਾਂ ਦੇ ਕਾਰਨ ਲੋਕਾਂ ਨੇ ਮੇਰੀ ਚਰਚ ਵਿੱਚ ਆਉਣਾ ਬੰਦ ਕਰ ਦਿੱਤਾ ਹੈ। ਉਹ ਤਿੰਨਾਂ ਨੇ ਕਿਹਾ, ਸੰਤ? ਨਹੀਂ, ਅਸੀਂ ਕਿਸ ਗੱਲ ਦੇ ਸੰਤ? ਅਸੀਂ ਤਾਂ ਸੰਤ ਬਣਨ ਦੇ ਕਾਬਿਲ ਹੀ ਨਹੀਂ। ਇਹ ਤਾਂ ਇੱਥੋਂ ਦੇ ਲੋਕ ਹੀ ਕਹਿੰਦੇ ਨੇ ਕਿ ਅਸੀਂ ਸੰਤ ਹਾਂ। ਪਤਾ ਨਹੀਂ ਕਿਸ ਨੇ ਝੂਠੀ ਅਫਵਾਹ ਫੈਲਾ ਦਿੱਤੀ ਜਿਸ ਨੂੰ ਸੁਣ ਕੇ ਲੋਕਾਂ ਦੀ ਭੀੜ ਇੱਥੇ ਆਉਂਦੀ ਹੈ। ਅਸੀਂ ਤਾਂ ਹਰ ਰੋਜ਼ ਹੀ ਇਹਨਾਂ ਨੂੰ ਮਨਾ ਕਰਦੇ ਹਾਂ, ਪਰ ਜਿੰਨਾ ਅਸੀਂ ਮਨਾ ਕਰਦੇ ਹਾਂ ਉਨੀ ਹੀ ਇਹ ਭੀੜ ਵੱਧਦੀ ਜਾਂਦੀ ਹੈ। ਅਸੀਂ ਤਾਂ ਇਸ ਭੀੜ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ। ਇਹ ਭੀੜ ਭਾੜ ਸਾਨੂੰ ਪਸੰਦ ਨਹੀਂ। ਅਸੀਂ ਤਾਂ ਇਕਾਂਤ ਵਿੱਚ ਰਹਿਣਾ ਚਾਹੁੰਦੇ ਹਾਂ। ਚੰਗਾ ਹੋਇਆ ਤੁਸੀਂ ਆ ਗਏ, ਹੁਣ ਤੁਸੀਂ ਹੀ ਬਚਾਓ ਸਾਨੂੰ ਇਸ ਭੀੜ ਕੋਲੋਂ। ਇਹ ਸੁਣ ਕੇ ਪਾਦਰੀ ਤਾਂ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਇਆ। ਸੋਚਣ ਲੱਗਾ ਕਿ ਇਹ ਤਾਂ ਬੜੇ ਹੀ ਭੋਲੇ ਨਿਕਲੇ, ਖਟੀਆ ਖੜੀ ਕਰ ਦੇਵਾਂਗਾ ਇਹਨਾਂ ਦੀ। ਇਹਨਾਂ ਤਿੰਨਾਂ ਨੂੰ ਅੱਜ ਤਾਂ ਮੈਂ ਲਾਈਨ ਵਿੱਚ ਲਗਾ ਕੇ ਹੀ ਜਾਵਾਂਗਾ। ਪਾਦਰੀ ਨੇ ਪੁੱਛਿਆ, ਪਰ ਤੁਸੀਂ ਤਿੰਨੇ ਕਰਦੇ ਕੀ ਹੋ? ਉਹਨਾਂ ਨੇ ਕਿਹਾ, ਕੁਝ ਵੀ ਨਹੀਂ, ਬਸ ਅਸੀਂ ਦਰਖਤ ਹੇਠਾਂ ਬੈਠੇ ਰਹਿੰਦੇ ਹਾਂ ਤੇ ਈਸ਼ਵਰ ਦੀ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਪਾਦਰੀ ਨੇ ਪੁੱਛਿਆ, ਬਾਈਬਲ ਕਿੱਥੇ ਹੈ? ਉਹਨਾਂ ਤਿੰਨਾਂ ਨੇ ਆਪਣਾ ਸਿਰ ਨੀਵਾਂ ਕਰ ਲਿਆ। ਪਾਦਰੀ ਨੇ ਪੁੱਛਿਆ, ਕੀ ਹੋਇਆ? ਉਹਨਾਂ ਨੇ ਕਿਹਾ, ਹੁਣ ਕੀ ਦੱਸੀਏ ਤੁਹਾਨੂੰ, ਅਸੀਂ ਤਿੰਨੇ ਹੀ ਅਨਪੜ੍ਹ ਹਾਂ, ਸਾਨੂੰ ਪੜ੍ਹਨਾ ਹੀ ਨਹੀਂ ਆਉਂਦਾ, ਤਾਂ ਫਿਰ ਬਾਈਬਲ ਰੱਖ ਕੇ ਕੀ ਕਰਾਂਗੇ। ਇਹ ਸੁਣ ਕੇ ਉਹ ਪਾਦਰੀ ਹੋਰ ਵੀ ਖੁਸ਼ ਹੋ ਗਿਆ। ਸੋਚਣ ਲੱਗਾ, ਅਨਪੜ੍ਹ ਨੇ ਫਿਰ ਵੀ ਇੰਨੇ ਸਾਰੇ ਲੋਕਾਂ ਨੂੰ ਬੇਵਕੂਫ ਬਣਾ ਰੱਖਿਆ ਹੈ। ਇਹਨਾਂ ਦੇ ਤਾਂ ਮੈਂ ਅੱਜ ਭਾਂਡੇ ਬੋਰੀ 'ਚ ਪਾ ਕੇ ਹੀ ਜਾਵਾਂਗਾ, ਪੂਰੇ ਸ਼ਹਿਰ ਦੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕਰਾਂਗਾ। ਪਾਦਰੀ ਨੇ ਪੁੱਛਿਆ, ਤਾਂ ਫਿਰ ਤੁਸੀਂ ਪ੍ਰਾਰਥਨਾ ਕਿਵੇਂ ਕਰਦੇ ਹੋ? ਚਰਚ ਦੀ ਪ੍ਰਾਰਥਨਾ ਤਾਂ ਤੁਹਾਨੂੰ ਯਾਦ ਹੀ ਹੋਵੇਗੀ ਨਾ। ਇਹ ਸੁਣ ਕੇ ਉਹਨਾਂ ਤਿੰਨਾਂ ਨੇ ਫਿਰ ਆਪਣਾ ਸਿਰ ਨੀਵਾਂ ਕਰ ਲਿਆ। ਪਾਦਰੀ ਨੇ ਪੁੱਛਿਆ, ਹੁਣ ਕੀ ਹੋਇਆ? ਤੁਸੀਂ ਫਿਰ ਤੋਂ ਆਪਣਾ ਸਿਰ ਕਿਉਂ ਝੁਕਾ ਲਿਆ? ਉਹਨਾਂ ਨੇ ਕਿਹਾ, ਕੀ ਦੱਸੀਏ, ਸਾਨੂੰ ਬੜੀ ਸ਼ਰਮ ਆ ਰਹੀ ਏ ਤੁਹਾਨੂੰ ਇਹ ਦੱਸਣ ਵਿੱਚ ਕਿ ਸਾਨੂੰ ਪ੍ਰਾਰਥਨਾ ਵੀ ਨਹੀਂ ਆਉਂਦੀ। ਪਾਦਰੀ ਨੇ ਹੈਰਾਨ ਹੋ ਕੇ ਕਿਹਾ ਕਿ ਤੁਹਾਨੂੰ ਪ੍ਰਾਰਥਨਾ ਵੀ ਨਹੀਂ ਆਉਂਦੀ? ਉਹਨਾਂ ਤਿੰਨਾਂ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ। ਪਾਦਰੀ ਨੇ ਕਿਹਾ, ਫਿਰ ਤੁਸੀਂ ਪ੍ਰਾਰਥਨਾ ਕਰਦੇ ਕਿਸ ਤਰ੍ਹਾਂ ਹੋ? ਉਹਨਾਂ ਨੇ ਕਿਹਾ ਕਿ ਤੁਹਾਡੀ ਚਰਚ ਦੀ ਪ੍ਰਾਰਥਨਾ ਤਾਂ ਬੜੀ ਲੰਮੀ ਚੌੜੀ ਹੈ, ਸਾਨੂੰ ਅਨਪੜ੍ਹ ਗਵਾਰਾਂ ਨੂੰ ਯਾਦ ਹੀ ਨਹੀਂ ਹੋਈ ਤੇ ਫਿਰ ਗਲਤ ਪੜ੍ਹਨ ਦਾ ਕੋਈ ਮਤਲਬ ਨਹੀਂ ਬਣਦਾ। ਇਸ ਲਈ ਅਸੀਂ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਆਪਣੀ ਖੁਦ ਦੀ ਹੀ ਇੱਕ ਪ੍ਰਾਰਥਨਾ ਬਣਾ ਲਈ। ਇਹ ਸੁਣ ਕੇ ਪਾਦਰੀ ਬਹੁਤ ਜ਼ੋਰ ਨਾਲ ਚਲਾਇਆ ਤੇ ਕਹਿਣ ਲੱਗਾ, ਤੁਸੀਂ ਖੁਦ ਹੀ ਪ੍ਰਾਰਥਨਾ ਬਣਾ ਲਈ? ਪ੍ਰਾਰਥਨਾ ਸਰਬ ਮਾਨਿਆ ਹੁੰਦੀ ਹੈ, ਸ਼ਾਸਤਰਾਂ ਵਿੱਚ ਲਿਖੀ ਹੋਈ ਹੁੰਦੀ ਹੈ, ਹਜ਼ਾਰਾਂ ਸਾਲ ਪੁਰਾਣੀ ਹੁੰਦੀ ਹੈ। ਜੀਸਸ ਨੂੰ ਪ੍ਰਾਰਥਨਾ ਖੁਦ ਪਰਮਾਤਮਾ ਨੇ ਸਿਖਾਈ ਸੀ, ਪਰ ਤੁਸੀਂ ਆਪਣੀ ਖੁਦ ਦੀ ਪ੍ਰਾਰਥਨਾ ਬਣਾ ਲਈ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਸਾਨੂੰ ਇਸ ਲਈ ਮਾफ़ ਕਰ ਦਿਓ। ਅਸੀਂ ਅਨਪੜ੍ਹ ਗਵਾਰ ਇਨਸਾਨ ਹਾਂ, ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ। ਹੁਣ ਤੁਸੀਂ ਸਾਨੂੰ ਜੋ ਪ੍ਰਾਰਥਨਾ ਸਿਖਾਓਗੇ ਅਸੀਂ ਅੱਜ ਤੋਂ ਬਾਅਦ ਉਹੀ ਪ੍ਰਾਰਥਨਾ ਕਰਾਂਗੇ। ਅਸੀਂ ਤੁਹਾਡੇ ਪੈਰੀ ਪੈਂਦੇ ਹਾਂ, ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਸਾਨੂੰ ਮਾफ़ ਕਰ ਦਿਓ ਤੇ ਹੁਣ ਸਾਨੂੰ ਆਪਣੇ ਵਾਲੀ ਪ੍ਰਾਰਥਨਾ ਸਿਖਾ ਦਿਓ। ਪਰ ਪਾਦਰੀ ਦੇ ਮਨ ਵਿੱਚ ਜਿਗਿਆਸਾ ਜਾਗੀ ਕਿ ਦੇਖਾਂ ਤਾਂ ਸਹੀ ਇਹਨਾਂ ਨੇ ਕਿਹੜੀ ਪ੍ਰਾਰਥਨਾ ਬਣਾਈ ਹੈ। ਪਾਦਰੀ ਨੇ ਕਿਹਾ ਕਿ ਪਹਿਲਾਂ ਤੁਸੀਂ ਮੈਨੂੰ ਆਪਣੀ ਪ੍ਰਾਰਥਨਾ ਦੱਸੋ। ਉਹਨਾਂ ਨੇ ਕਿਹਾ, ਨਹੀਂ ਮਹਾਰਾਜ, ਸਾਡੀ ਅਨਪੜ੍ਹਾਂ ਦੀ ਪ੍ਰਾਰਥਨਾ ਦਾ ਕੋਈ ਮੁੱਲ ਨਹੀਂ ਬਣਦਾ, ਤੁਸੀਂ ਸਾਨੂੰ ਹੋਰ ਸ਼ਰਮਿੰਦਾ ਨਾ ਕਰੋ ਤੇ ਆਪਣੇ ਵਾਲੀ ਪ੍ਰਾਰਥਨਾ ਸਾਨੂੰ ਸਿਖਾ ਦਿਓ। ਪਰ ਪਾਦਰੀ ਨਹੀਂ ਮੰਨਿਆ। ਇਸ ਲਈ ਪਾਦਰੀ ਦੇ ਬਾਰ-ਬਾਰ ਕਹਿਣ ਤੇ ਉਹ ਆਖਿਰ ਵਿੱਚ ਆਪਣੀ ਪ੍ਰਾਰਥਨਾ ਸੁਣਾਉਣ ਦੇ ਲਈ ਤਿਆਰ ਹੋ ਗਏ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਸੋਚ ਵਿਚਾਰ ਕੀਤੀ ਪਰ ਸਾਨੂੰ ਕੋਈ ਵੀ ਪ੍ਰਾਰਥਨਾ ਨਾ ਮਿਲੀ ਤੇ ਫਿਰ ਸਾਨੂੰ ਯਾਦ ਆਇਆ ਕਿ ਈਸਾਈਅਤ ਵਿੱਚ ਤਾਂ ਭਗਵਾਨ ਦੇ 3 ਰੂਪਾਂ ਨੂੰ ਮੰਨਿਆ ਗਿਆ ਹੈ, ਇਸ ਲਈ ਅਸੀਂ ਇਸੇ ਉੱਤੇ ਹੀ ਆਪਣੀ ਪ੍ਰਾਰਥਨਾ ਬਣਾ ਲਈ। ਪਰ ਜੇਕਰ ਤੁਸੀਂ ਸਾਡੀ ਪ੍ਰਾਰਥਨਾ ਸੁਣੋਗੇ ਤਾਂ ਸਾਡੇ ਉੱਤੇ ਹੱਸੋਗੇ। ਇਸ ਤੋਂ ਬਾਅਦ ਉਹ ਤਿੰਨੇ ਚੁੱਪ ਕਰ ਗਏ। ਤਾਂ ਪਾਦਰੀ ਨੇ ਕਿਹਾ ਕਿ ਹੁਣ ਤੁਸੀਂ ਮੈਨੂੰ ਦੱਸੋਗੇ ਜਾਂ ਨਹੀਂ ਦੱਸੋਗੇ? ਨਹੀਂ ਹੱਸਾਂਗਾ ਮੈਂ। ਉਹਨਾਂ ਨੇ ਕਿਹਾ ਕਿ ਭਗਵਾਨ ਦੇ 3 ਰੂਪ ਹਨ, ਇਸ ਲਈ ਅਸੀਂ ਪ੍ਰਾਰਥਨਾ ਬਣਾ ਦਿੱਤੀ ਕਿ ਅਸੀਂ ਵੀ 3, ਤੁਸੀਂ ਵੀ 3, ਸਾਡੇ ਉੱਤੇ ਕਿਰਪਾ ਕਰੋ। ਇਹ ਸੁਣ ਕੇ ਤਾਂ ਗੰਭੀਰ ਪਾਦਰੀ ਵੀ ਹੱਸ ਪਿਆ ਤੇ ਫਿਰ ਉਹਨਾਂ ਨੂੰ ਬੋਲਿਆ ਕਿ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਪਰ ਐਸੀ ਪ੍ਰਾਰਥਨਾ ਕਦੇ ਨਹੀਂ ਸੁਣੀ। ਤੇ ਉਹ ਮਨ ਹੀ ਮਨ ਸੋਚਣ ਲੱਗਾ ਕਿ ਬੜੇ ਹੀ ਬੇਵਕੂਫ ਲੋਕ ਹਨ, ਅੱਜ ਤਾਂ ਮੈਂ ਇਹਨਾਂ ਦੀ ਅਕਲ ਟਿਕਾਣੇ ਲਗਾ ਕੇ ਜਾਵਾਂਗਾ। ਇਹਨਾਂ ਤਿੰਨਾਂ ਨੂੰ ਮੇਰੇ ਕੋਲ ਚਰਚ ਵਿੱਚ ਆਉਣਾ ਹੀ ਪਵੇਗਾ।
ਉਹਨਾਂ ਤਿੰਨਾਂ ਨੇ ਕਿਹਾ ਕਿ ਤੁਸੀਂ ਸਾਡੀ ਛੱਡੋ, ਆਪਣੇ ਵਾਲੀ ਪ੍ਰਾਰਥਨਾ ਸਾਨੂੰ ਸਿਖਾ ਦਿਓ, ਅਸੀਂ ਅੱਜ ਤੋਂ ਬਾਅਦ ਉਹੀ ਕਰਾਂਗੇ। ਪਾਦਰੀ ਨੇ ਉਹਨਾਂ ਨੂੰ ਚਰਚ ਦੀ ਪ੍ਰਾਰਥਨਾ ਸਿਖਾਉਣੀ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਇੱਕ ਵਾਰ ਹੋਰ, ਫਿਰ ਸੁਣਾਈ। ਉਹਨਾਂ ਨੇ ਕਿਹਾ ਇੱਕ ਵਾਰ ਹੋਰ। ਪਾਦਰੀ ਨੇ ਤੀਜੀ ਵਾਰ ਸੁਣਾਈ। ਉਹਨਾਂ ਨੇ ਕਿਹਾ ਇੱਕ ਵਾਰ ਹੋਰ, ਕਿਤੇ ਭੁੱਲ ਨਾ ਜਾਈਏ। ਪਾਦਰੀ ਨੇ ਫਿਰ ਸੁਣਾਈ। ਉਹਨਾਂ ਨੇ ਕਿਹਾ ਇੱਕ ਵਾਰ ਹੋਰ। ਪਾਦਰੀ ਨੇ ਕਿਹਾ ਘਬਰਾਓ ਨਾ, ਕਦੇ ਕਦੇ ਚਰਚ ਵੀ ਆਇਆ ਕਰੋ, ਹੌਲੀ ਹੌਲੀ ਤੁਹਾਡੀ ਜ਼ਿੰਦਗੀ ਵੀ ਸੁਧਰਨ ਲੱਗ ਜਾਵੇਗੀ। ਜੇ ਰੋਜ਼ ਆਓਗੇ ਤਾਂ ਪ੍ਰਾਰਥਨਾ ਵੀ ਸਿੱਖ ਜਾਓਗੇ। ਤੇ ਉਹਨਾਂ ਨੇ ਕਿਹਾ ਜੈਸੀ ਤੁਹਾਡੀ ਆਗਿਆ ਹੈ। ਪਾਦਰੀ ਬਹੁਤ ਖੁਸ਼ ਹੈ ਤੇ ਉਸਨੇ ਕਿਹਾ ਡਰਿਓ ਨਾ, ਮੈਂ ਤੁਹਾਨੂੰ ਮਾफ़ ਕਰ ਦੇਵਾਂਗਾ, ਲੋਕਾਂ ਤੋਂ ਵੀ ਮਾफ़ੀ ਦਵਾ ਦੇਵਾਂਗਾ। ਉਹਨਾਂ ਤਿੰਨਾਂ ਫਕੀਰਾਂ ਨੇ ਕਿਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਮਹਾਨ ਇਨਸਾਨ ਹੋ। ਪਾਦਰੀ ਨੇ ਸੋਚਿਆ ਕਿ ਚਲੋ ਇੱਕ ਝਮੇਲਾ ਤਾਂ ਨਿਬੜਿਆ, ਇਹਨਾਂ ਮੂਰਖਾਂ ਨੂੰ ਤਾਂ ਲੈਣ ਉੱਤੇ ਲੈ ਆਂਦਾ। ਤੇ ਉਹ ਆਪਣੀ ਕਿਸ਼ਤੀ ਵਿੱਚ ਬੈਠ ਕੇ ਵਾਪਸ ਜਾਣ ਲੱਗਾ। ਕਿਸ਼ਤੀ ਅਜੇ ਝੀਲ ਦੇ ਵਿਚਕਾਰ ਹੀ ਪਹੁੰਚੀ ਸੀ ਕਿ ਪਿੱਛੋਂ ਕੁਝ ਲੋਕਾਂ ਦੇ ਚਲਾਉਣ ਦੀਆਂ ਆਵਾਜ਼ਾਂ ਆਈਆਂ। ਤਾਂ ਪਾਦਰੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ, ਕਿਉਂਕਿ ਉਹ ਤਿੰਨੋਂ ਫਕੀਰ ਪਾਦਰੀ ਨੂੰ ਪੁਕਾਰਦੇ ਹੋਏ ਝੀਲ ਦੇ ਪਾਣੀ ਉੱਪਰ ਦੌੜਦੇ ਚਲੇ ਆ ਰਹੇ ਸੀ। ਉਹ ਤਿੰਨੋਂ ਪਾਣੀ ਉੱਤੇ ਇਸ ਤਰ੍ਹਾਂ ਦੌੜਦੇ ਆ ਰਹੇ ਸੀ ਜਿਵੇਂ ਉਹ ਜ਼ਮੀਨ ਉੱਤੇ ਦੌੜ ਰਹੇ ਹੋਣ। ਇਹ ਦੇਖ ਕੇ ਪਾਦਰੀ ਦੇ ਹੱਥੋਂ ਸੋਨੇ ਦਾ ਡੰਡਾ ਕਿਸ਼ਤੀ ਵਿੱਚ ਡਿੱਗ ਪਿਆ ਤੇ ਇਹ ਸੋਚਣ ਲੱਗਾ ਕਿ ਇਹ ਚਮਤਕਾਰ ਤਾਂ ਅੱਜ ਤੱਕ ਜੀਸਸ ਨੇ ਹੀ ਕੀਤਾ ਸੀ। ਤੇ ਉਹ ਤਿੰਨੋਂ ਫਕੀਰ ਭੱਜ ਕੇ ਕਿਸ਼ਤੀ ਦੇ ਕਿਨਾਰੇ ਆ ਕੇ ਖੜੇ ਹੋ ਗਏ ਤੇ ਪਾਦਰੀ ਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਪ੍ਰਾਰਥਨਾ ਇੱਕ ਵਾਰ ਹੋਰ ਸੁਣਾ ਦਿਓ, ਅਸੀਂ ਉਸ ਨੂੰ ਭੁੱਲ ਰਹੇ ਹਾਂ। ਉਹ ਕਹਿੰਦਾ ਹੈ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਇਹ ਕਹਿੰਦਾ ਹੈ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਤੇ ਮੈਂ ਕਹਿੰਦਾ ਹਾਂ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ, ਜਿਸ ਕਾਰਨ ਸਾਡੇ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਇਸ ਲਈ ਅਸੀਂ ਬਹਿਸ ਕਰੀਏ ਜਾਂ ਪ੍ਰਾਰਥਨਾ? ਤੁਸੀਂ ਕਿਰਪਾ ਕਰਕੇ ਸਾਨੂੰ ਪ੍ਰਾਰਥਨਾ ਇੱਕ ਵਾਰ ਹੋਰ ਸੁਣਾ ਦਿਓ। ਪਾਦਰੀ ਨੇ ਤਾਂ ਝੁੱਕ ਕੇ ਉਹਨਾਂ ਤਿੰਨਾਂ ਫਕੀਰਾਂ ਦੇ ਪੈਰ ਹੀ ਫੜ ਲਏ ਤੇ ਕਹਿਣ ਲੱਗਾ ਕਿ ਹੁਣ ਤੱਕ ਮੈਂ ਜੋ ਵੀ ਕਿਹਾ, ਜੋ ਵੀ ਦੱਸਿਆ, ਉਹ ਸਭ ਭੁੱਲ ਜਾਓ। ਤੁਹਾਡੀ ਪ੍ਰਾਰਥਨਾ ਜਿੱਤੀ ਤੇ ਮੇਰੀ ਪ੍ਰਾਰਥਨਾ ਹਾਰੀ। ਤੁਹਾਡੀ ਪ੍ਰਾਰਥਨਾ ਹੀ ਸ੍ਰੇਸ਼ਟ ਹੈ। ਸ੍ਰੇਸ਼ਟ ਇਸ ਲਈ ਕਿਉਂਕਿ ਉਹ ਸੁਣ ਲਈ ਗਈ ਹੈ। ਸੱਚ ਤਾਂ ਇਹ ਹੈ ਕਿ ਹੁਣ ਤੋਂ ਮੈਂ ਵੀ ਤੁਹਾਡੇ ਵਾਲੀ ਪ੍ਰਾਰਥਨਾ ਕਰਾਂਗਾ। ਗਲਤੀ ਤਾਂ ਮੇਰੇ ਕੋਲ ਹੋਈ ਹੈ ਜੋ ਮੈਂ ਤੁਹਾਡੀ ਪ੍ਰਾਰਥਨਾ ਨੂੰ ਘੱਟ ਸਮਝਿਆ, ਜਦੋਂ ਕਿ ਕਮੀ ਤਾਂ ਮੇਰੀ ਸ਼ਰਧਾ ਤੇ ਆਸਥਾ ਵਿੱਚ ਸੀ, ਕਮਜ਼ੋਰ ਤਾਂ ਮੇਰੀ ਪ੍ਰਾਰਥਨਾ ਸੀ। ਇਸ ਲਈ ਤੁਸੀਂ ਲੋਕ ਮੈਨੂੰ ਮਾफ़ ਕਰੋ, ਤੁਹਾਡਾ ਬਹੁਤ ਹੀ ਉਪਕਾਰ ਹੋਵੇਗਾ। ਪਰ ਉਹ ਤਿੰਨੇ ਫਕੀਰ ਪਾਦਰੀ ਨੂੰ ਕਹਿੰਦੇ ਰਹੇ ਕਿ ਤੁਸੀਂ ਆਪਣੇ ਵਾਲੀ ਪ੍ਰਾਰਥਨਾ ਸਾਨੂੰ ਇੱਕ ਵਾਰ ਹੋਰ ਸੁਣਾ ਦਿਓ। ਪਰ ਪਾਦਰੀ ਚੁੱਪਚਾਪ ਆਪਣਾ ਸਿਰ ਝੁਕਾ ਕੇ ਉੱਥੋਂ ਚਲਾ ਗਿਆ। ਦੋਸਤੋ, ਲਿਓਸਟੋਏ ਦੀ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਰੂਰੀ ਨਹੀਂ ਕਿ ਸਾਡੇ ਦੁਆਰਾ ਕੀਤੀ ਗਈ ਪ੍ਰਾਰਥਨਾ ਸ਼ਾਸਤਰਾਂ ਵਿੱਚੋਂ ਹੀ ਲਈ ਗਈ ਹੋਵੇ। ਉਹ ਪ੍ਰਾਚੀਨ ਹੀ ਹੋਣੀ ਚਾਹੀਦੀ ਹੈ, ਲੱਖਾਂ ਲੋਕਾਂ ਦੁਆਰਾ ਮਾਨਤਾ ਪ੍ਰਾਪਤ ਹੀ ਹੋਣੀ ਚਾਹੀਦੀ ਹੈ। ਜੇਕਰ ਸਾਡੀ ਪ੍ਰਾਰਥਨਾ ਸੱਚੀ ਹੈ, ਸੱਚੇ ਮਨ ਤੋਂ ਕੀਤੀ ਗਈ ਹੈ, ਤਾਂ ਉਹ ਪ੍ਰਮਾਤਮਾ ਦੇ ਦੁਆਰਾ ਜ਼ਰੂਰ ਸੁਣੀ ਜਾਵੇਗੀ। ਫਿਰ ਚਾਹੇ ਉਹ ਦੋ ਸ਼ਬਦਾਂ ਦੀ ਇੱਕ ਸਧਾਰਨ ਜੀ ਪ੍ਰਾਰਥਨਾ ਹੀ ਕਿਉਂ ਨਾ ਹੋਵੇ। ਇਹਨਾਂ ਤਿੰਨਾਂ ਸਾਧੂਆਂ ਦੀ ਕਹਾਣੀ ਤੋਂ ਸਾਨੂੰ ਸਿੱਖਣ ਲਈ ਇਹ ਮਿਲਦਾ ਹੈ ਕਿ ਅਸੀਂ ਚਾਹੇ ਕੁਝ ਵੀ ਕਰੀਏ ਪਰ ਉਸ ਨੂੰ ਦਿਖਾਵੇ ਦੇ ਤੌਰ 'ਤੇ ਨਾ ਕਰੀਏ। ਅਸੀਂ ਜਦੋਂ ਵੀ ਕੋਈ ਕੰਮ ਕਰੀਏ, ਸਾਡੀ ਪੂਰੀ ਆਤਮਾ ਉਸ ਕੰਮ ਵਿੱਚ ਉਤਰ ਜਾਣੀ ਚਾਹੀਦੀ ਹੈ। ਉਸ ਕੰਮ ਦੇ ਪ੍ਰਤੀ ਸਾਡਾ ਪੂਰਾ ਸਮਰਪਣ ਹੋਣਾ ਚਾਹੀਦਾ ਹੈ। ਜੇਕਰ ਅਸੀਂ ਹਰ ਕੰਮ ਨੂੰ ਇਸੇ ਨਿਯਮ ਦੇ ਨਾਲ ਕਰ ਪਾਏ ਤਾਂ ਹਰ ਕੰਮ ਵਿੱਚ ਸਾਡੀ ਸਫਲਤਾ ਨਿਸ਼ਚਿਤ ਹੈ, ਜਿਵੇਂ ਕਿ ਉਹਨਾਂ ਤਿੰਨਾਂ ਸਾਧੂਆਂ ਦੇ ਨਾਲ ਹੋਇਆ ਸੀ। ਉਹਨਾਂ ਨੇ ਆਪਣੀ ਪ੍ਰਾਰਥਨਾ ਨੂੰ ਇੰਨੇ ਸਮਰਪਣ ਭਾਵ ਨਾਲ ਕੀਤਾ ਸੀ ਕਿ ਪ੍ਰਾਰਥਨਾ ਉਹਨਾਂ ਨੇ ਨਹੀਂ ਬਲਕਿ ਉਹਨਾਂ ਦੀ ਆਤਮਾ ਨੇ ਕੀਤੀ ਸੀ। ਤੇ ਫਿਰ ਉਹਨਾਂ ਦੀ ਪ੍ਰਾਰਥਨਾ ਇੰਨੀ ਸੱਚੀ ਹੋ ਗਈ ਕਿ ਈਸ਼ਵਰ ਵੀ ਉਹਨਾਂ ਦੀ ਪ੍ਰਾਰਥਨਾ ਸੁਣੇ ਬਿਨਾਂ ਰਹਿ ਨਹੀਂ ਪਾਏ। ਸੋ ਦੋਸਤੋ, ਜੇ ਨੀਤਾਂ ਹੋਣ ਸਾਫ਼ ਤਾਂ ਰੱਬ ਹਰ ਕਾਰਜ ਸਵਾਰਦਾ ਹੈ ਆਪ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।